ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਪੰਜਾਬ ਫੇਰੀ ਤੇ ਨੇ, ਜਿਸ ਦੇ ਉੱਤੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਟਰਾਂਸਪੋਰਟ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ। ਦਰਅਸਲ ਕਰਨ ਕੌਰ ਬਰਾੜ ਦੇ ਚੋਣ ਪ੍ਰਚਾਰ ਦੇ ਮੌਕੇ ਰਾਜਾ ਵੜਿੰਗ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਤੇ ਨਰਿੰਦਰ ਮੋਦੀ ਸਾਹਿਬ ਇਸ ਵਾਰ ਵੀ ਨਾ ਪਿਛਲੀ ਵਾਰ ਵਾਂਗੂ ਵੱਡਾ ਪੰਗਾ ਪਾ ਕੇ ਬਹਿ ਜਾਣ ਕਿ ਮੇਰੀ ਸੁਰੱਖਿਆ ਦੇ ਵਿੱਚ ਕੋਤਾਹੀ ਕੀਤੀ ਗਈ ਹੈ। ਹੋਰ ਵੀ ਕਈ ਵੱਡੀਆਂ ਗੱਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀਆਂ ਗਈਆਂ ਨੇ। ਇਸ ਮੌਕੇ ਤੇ ਸਿੱਧੂ ਪਰਿਵਾਰ ਵੱਲੋਂ ਸੀਐਮ ਚਿਹਰਾ ਚੰਨੀ ਨੂੰ ਐਲਾਨਣ ਤੋਂ ਬਾਅਦ ਜਿਹੜੀ ਨਾਰਾਜ਼ਗੀ ਦਿਖਾਈ ਜਾ ਰਹੀ ਹੈ ਉਸ ਦੇ ਉੱਤੇ ਵੀ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਜੇਕਰ ਅਸੀਂ ਦੁਬਾਰਾ ਜਿੱਤਦੇ ਹਾਂ ਤਾਂ ਪੰਜਾਬ ਦੇ ਵਿੱਚ ਮੈਂ ਕੋਈ ਵੀ ਪ੍ਰਾਈਵੇਟ ਬੱਸ ਨਹੀਂ ਚੱਲਣ ਦੇਵਾਂਗਾ, ਸਗੋਂ ਤੋਂ ਇਹ ਪ੍ਰਾਈਵੇਟ ਬੱਸਾਂ ਨੂੰ ਵੀ ਰੰਗ ਕਰਵਾ ਕੇ ਪੀਆਰਟੀਸੀ ਅਤੇ ਪਨ ਬੱਸ ਦੀਆਂ ਬੱਸਾਂ ਬਣਾ ਦੇਵਾਂਗਾ। ਕੀ ਕੁਝ ਕਿਹਾ ਇਸ ਮੌਕੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਆਓ ਸੁਣਦੇ ਹਾਂ। ਕਾਂਗਰਸ ਲਈ ਪ੍ਰਚਾਰ ਕਰਨ ਲਈ ਕੀ ਕਹਿਣਾ ਚਾਹੁੰਦੇ ਯਾਰ ਸਾਡਾ ਜੱਦੀ ਪਿੰਡ ਤਾਂ मैं पहुँचता ही रहना है। मैं आपदे आंटी वास्ते करण कौर बराड़ जी वास्ते वोट मंगण वास्ते आया है, तो मेरा फर्ज बनता कि पिंड च आके हाज़री लवावां ते लोकां नूं आपदे चाचे तायां नूं बेनती करां कि वध तो वध वोटां पा के कांग्रेस पार्टी नूं इत्थों भेजो ते ये सीट जित्तीए असीं। ਮੋਦੀ ਸਾਹਿਬ ਦੀ ਜਿਹੜੀ ਹੁਣ ਰੈਲੀ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਵਿੱਚ 20 ਤਰੀਕ ਤੱਕ ਉਹਨਾਂ ਦੇ ਵੱਲੋਂ ਕੀ ਕਹਿੰਦੇ ਰੈਲੀਆਂ ਕੀਤੀਆਂ ਜਾਣੀਆਂ, ਕਿਵੇਂ ਦੇਖਦੇ ਹੋ? पता नहीं रैली करूगा तो कि मोदी साहब दोबारा फिर उस तरह का कोई ड्रामा करेंगे कि मैनू जिथे रश ना होया कि मैनू खतरा सी जान दा। सो मोदी साहब दीयां रैलियां दा, प्रधानमंत्री जी दी रैलियां दा सानू कोई फर्क नहीं पैंदा। एक भी सीट ਅੱਜ ਬੀਜੇਪੀ ਨੂੰ मैं ਚੈਲੰਜ ਕਰਦਾ ਪੰਜਾਬ ਦੇ ਵਿੱਚ ਨਹੀਂ ਆਏ। ਚੰਨੀ ਸਾਹਿਬ ਨੇ 2 ਟਿਕਟਾਂ ਤੇ ਇਲੈਕਸ਼ਨ ਨੂੰ ਕਿਵੇਂ ਦੇਖ ਰਹੇ ਹੋ? ਹਾਂਜੀ, ਚੰਨੀ ਸਾਹਿਬ 2 ਟਿਕਟਾਂ ਤੇ ਲੜਦਾ ਤੇ 116 ਸੀਟਾਂ ਤੇ ਕਾਂਗਰਸ ਰਹੇਗੀ, ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਚੰਗੀ ਗੱਲ ਹੈ ਜੀ। ਇੱਕ ਚੰਗਾ ਸੁਨੇਹਾ ਔਰ ਮੈਸੇਜ ਜਾਂਦਾ ਉੱਥੇ ਦੇ ਲੋਕਾਂ ਨੂੰ। ਭਤੌੜ ਜਿਹੜੀ ਸੀਟ ਹੈ, ਕੋਈ ਇੱਥੇ ਅਸੀਂ ਮਗਰਲੇ ਕਈ ਸਾਲਾਂ ਤੋਂ ਚੋਣ ਨਹੀਂ ਜਿੱਤ ਰਹੇ ਸੀ। ਕਈ ਸਾਲਾਂ ਤੋਂ ਇੱਥੇ ਪਿਛਲੇ ਵਾਰੀ ਆਮ ਆਦਮੀ ਪਾਰਟੀ ਸੀ, ਉਸ ਤੋਂ ਪਹਿਲਾਂ ਵੀ ਅਸੀਂ 2-3 ਵਾਰੀ ਇਹ ਚੁਣਾਵ ਹਾਰ ਚੁੱਕੇ ਸੀ। ਮੈਨੂੰ ਲੱਗਦਾ ਜਿੱਥੇ ਔਖੀ ਸੀਟ ਹੈ, ਟਫ ਸੀਟ ਹੈ, ਉੱਥੇ ਜਾ ਕੇ ਸਰਦਾਰ ਚੰਨੀ ਸਾਹਿਬ ਨੂੰ ਲੜਨਾ ਚਾਹੀਦਾ ਸੀ, ਇਸ ਕਰਕੇ ਉੱਥੇ ਲੜ ਰਹੇ ਨੇ। ਤੁਸੀਂ 111 ਦਿਨਾਂ ਦੀਆਂ ਪ੍ਰਾਪਤੀਆਂ ਦਿਖਾਉਣੀਆਂ, ਚੰਨੀ ਸਾਹਿਬ ਨੇ ਬੜੇ ਵਿਕਾਸ ਦੇ ਕੀਤੇ। ਤੁਹਾਡੇ ਵਿਰੋਧੀ ਇਸ ਗੱਲ ਨੂੰ ਕਹਿੰਦੇ ਆ ਵੀ ਚੰਨੀ ਸਾਹਿਬ ਨੇ 111 ਚ ਬੜੀ ਮਲਾਈ ਕੀਤੀ। ਈਡੀ ਦੇ ਰੇਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਇਹ ਦੱਸੋ ਵੀ ਬਿਜਲੀ ਦੇ ਬਿੱਲ ਘਟੇ ਕਿ ਨਹੀਂ ਘਟੇ? ਘਟੇ ਸਰ। ਬਿਜਲੀ ਦੇ ਬਕਾਏ ਮਾਫ ਹੋਏ ਕਿ ਨਹੀਂ ਹੋਏ? ਪੈਟਰੋਲ ਡੀਜ਼ਲ ਦੇ ਰੇਟ ਘਟੇ ਕਿ ਨਹੀਂ ਕਰੇ? ਮੇਰਾ ਘਰ ਮੇਰੇ ਨਾਮ, ਉਹ ਜਿਹੜਾ ਬਿੱਲ ਆਇਆ ਕਰੂਗਾ, ਬਿੱਲ ਮਾਫ ਨਹੀਂ ਹੋਇਆ, ਪੁਰਾਣੇ ਬਕਾਏ ਮਾਫ ਹੋਇਆ। 200 यूनिट बिजली माफ है, 3 रुपए बिजली सस्ती है। जे किसी ਨੂੰ ਇਹ ਭੁਲੇਖਾ ਹੋਵੇ ਵੀ ਬਿਜਲੀ ਦੇ ਬਿੱਲ ਮਾਫ ਹੈ, ਬਿਜਲੀ ਦੇ ਬਿੱਲ ਪਹਿਲਾਂ ਵੀ ਨਹੀਂ ਮਾਫ ਸੀ, ਹੁਣ ਵੀ ਨਹੀਂ ਮਾਫ ਹੈ। ਲੇਕਿਨ ਜੋ ਐਲਾਨ ਕੀਤੇ ਉਹ ਕਾਂਗਰਸ ਪਾਰਟੀ ਨੇ ਆਪਦੇ ਵਾਅਦੇ ਪੂਰੇ ਕੀਤੇ। ਤਕਲੀਫ ਹੋ ਰਹੀ ਹੈ ਵਿਰੋਧੀਆਂ ਨੂੰ, ਢਿੱਡ ਦੁਖ ਰਿਹਾ ਵਿਰੋਧੀਆਂ ਦਾ ਕਿ 111 ਦਿਨਾਂ 'ਚ ਉਹ ਕੰਮ ਕਰ ਗਿਆ ਜਿਹੜੇ ਲੋਕਾਂ ਨੇ 10-10 ਸਾਲ ਨਹੀਂ ਕੀਤਾ। ਸੁਖਬੀਰ ਬਾਦਲ ਫਿਰ ਦੁਬਾਰਾ ਜਾ ਰਹੇ, ਕਿਸ ਤਰ੍ਹਾਂ ਦੇਖਦੇ ਹੋ? ਆਉਣ ਦੇ, ਮੈਂ ਤਾਂ ਭਾਲਦਾ ਰੋਜ਼ ਆਵੇ, ਆਪ ਹੀ ਲੜ ਪੈਂਦਾ। ਮੈਂ ਤਾਂ ਉਸ ਫੁੱਟਬਾਲ ਜੇ ਨੂੰ ਚਾਹੁੰਦਾ ਕਿ ਰੋਜ਼ ਆਵੇ। ਰਵਨੀਤ ਬਿੱਟੂ ਕਹਿ ਰਹੇ ਨੇ ਜਿਹੜੇ ਮੋਦੀ ਸਾਹਿਬ ਹੈ, ਆਪ ਦੀ ਜੋ ਰੈਲੀ ਹੈ, ਰਸਤਿਆਂ ਨੂੰ ਜਿਹੜੇ ਰੂਟ ਹੈ ਉਹਨਾਂ ਦਾ, ਉਹ ਨਾ ਇਖਤਿਆਰ ਕਰਕੇ ਹੈਲੀਕਾਪਟਰ ਦਾ ਰੂਟ ਇਖਤਿਆਰ ਕਰਨ। ਮੈਂ ਤਾਂ ਇਹ ਕਰੂੰਗਾ ਵੀ ਮੋਦੀ ਸਾਹਿਬ ਨੂੰ ਕੱਲ ਨੂੰ ਫੇਰ ਕੋਈ ਬਹਾਨਾ ਨਾ ਬਣਾਉਣ, ਪੈਰਾਮਿਲਟਰੀ ਫੋਰਸਿਸ ਲਾ ਦੇਣ। ਹੁਣ ਇਲੈਕਸ਼ਨ ਕਮਿਸ਼ਨ ਲੱਗਿਆ, ਹੁਣ ਤਾਂ ਸਾਡਾ ਕਿਸੇ ਚੀਜ਼ ਤੇ ਕੰਟਰੋਲ ਨਹੀਂ ਹੈ। ਅਗਰ ਕੋਈ ਕੱਲ ਨੂੰ ਫੇਰ ਸਾਡੇ ਤੇ ਇਲਜ਼ਾਮਾਤ ਇਸ ਤਰ੍ਹਾਂ ਦਾ ਲਾਉਣਾ ਤਾਂ ਇਹ ਚੰਗਾ ਹੋਣ ਹੀ ਨਾ। ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਅਸੀਂ ਵੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹੈ। ਲੇਕਿਨ ਪੰਜਾਬ ਦੇ ਅੰਦਰ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਕੋਈ ਐਸੀ ਗੱਲ ਹੋਈ ਨਹੀਂ। ਕਿਸੇ ਨੇ ਉਹਨੂੰ ਮੰਦਾ ਨਹੀਂ ਬੋਲਿਆ, ਕਿਸੇ ਨੇ ਉਹਨਾਂ ਨੂੰ ਗਾਲ ਨਹੀਂ ਕੱਢੀ, ਕਿਸੇ ਨੇ ਕੋਈ ਐਸੀ ਦੁਰਘਟਨਾ ਨਹੀਂ ਕੀਤੀ। ਅਚਨਚੇਤ ਕਿਸੇ ਨੇ ਕੋਈ ਐਸੀ ਦੁਰਘਟਨਾ ਨਹੀਂ ਕੀਤੀ। ਅਚਨਚੇਤ ਉਹਨਾਂ ਨੇ ਸੜਕ ਦਾ ਦੌਰਾ ਕਰ ਲਿਆ ਤੇ ਉੱਥੇ ਰਸ਼ ਨਹੀਂ ਸੀ, ਉਹਨਾਂ ਨੇ ਆਖਿਆ ਪੁਲ ਤੇ ਖੜ ਕੇ ਕੋਈ ਬਹਾਨਾ ਬਣਾਓ। ਸੋ ਹੁਣ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਆਪਦੀ ਸਿਕਿਉਰਿਟੀ ਦਾ ਆਪ ਇੰਤਜ਼ਾਮਾਤ ਕਰਕੇ ਹੁਣ ਸਾਡੇ ਪੰਜਾਬ ਦਾ ਕੋਈ ਵਿਅਕਤੀ, ਅਸੀਂ ਮੋਦੀ ਸਾਹਿਬ ਦਾ ਸਵਾਗਤ ਕਰਾਂਗੇ। ਅਗਰ ਕੋਈ ਮੋਦੀ ਸਾਹਿਬ ਨੂੰ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਅਸੀਂ ਉਹਦੇ ਅੱਗੇ ਹੋ ਕੇ ਖੜਾਂਗੇ। ਲੇਕਿਨ ਐਵੇਂ ਡਰਾਮਾ ਨਾ ਬਣਾਉਣ, ਐਵੇਂ ਬਹਾਨੇ ਨਾ ਬਣਾਉਣ। ਜਨਤਾ ਉਹਨਾਂ ਦੇ ਨਾਲ ਨਹੀਂ ਹੈ। ਸੀਐਮ ਦੇ ਚਿਹਰੇ ਨੂੰ ਲੈ ਕੇ ਸਿੱਧੂ ਸਾਹਿਬ ਦਾ ਪਰਿਵਾਰ, ਉਹਨਾਂ ਦੀ ਮਿਸਿਸ, ਉਹਨਾਂ ਦੀ ਬੇਟੀਆਂ ਬਈ ਕਹਿ ਰਹੇ ਆ ਵੀ ਸਿੱਧੂ ਸਾਹਿਬ ਦੇ ਪਰਿਵਾਰ, ਵੇਖੋ ਪਰਿਵਾਰ ਵਾਲੇ ਦੀ ਕੋਈ ਆਪਦੀ ਕੋਈ ਮਨ 'ਚ ਗੱਲ ਹੋਵੇ, ਮੈਂ ਕੀ ਕਹਿ ਸਕਦਾ। ਹੁਣ ਮੇਰੀ ਵਾਈਫ ਦੇ ਮਨ 'ਚ ਕੀ ਗੱਲ ਹੈ, ਮੈਂ ਕੀ ਕਹਿ ਸਕਦਾ। ਪਰ ਸਿੱਧੂ ਸਾਹਿਬ ਨੇ ਬਾਂਹ ਫੜੀ ਖੜੀ ਕਰਕੇ ਇੱਕ ਫਰਾਗ ਦਿਲੀ ਦੇ ਨਾਲ, ਹਾਲਾਂਕਿ ਸਿੱਧੂ ਸਾਹਿਬ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਨੇ, ਚੰਗੇ ਉਮੀਦਵਾਰ ਨੇ, ਚੰਗਾ ਵਿਅਕਤੀ ਹੈ, ਪੰਜਾਬ ਦੇ ਲੋਕਾਂ 'ਚ ਉਹਨਾਂ ਦੀ ਬਹੁਤ ਛਵੀ ਹੈ। ਲੇਕਿਨ ਅੱਜ ਜਿਹੜੀ ਡਿਮਾਂਡ ਸੀ ਪਬਲਿਕ ਦੀ, ਉਹ ਸਰਦਾਰ ਚਰਨਜੀਤ ਸਿੰਘ ਚੰਨੀ ਸਨ। ਆਮ ਲੋਕ ਕੇ ਚਾਹੁੰਦੇ ਸਨ ਕਿ ਇੱਕ ਗਰੀਬ ਬੰਦਾ, ਆਮ ਬੰਦੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ। ਤੇ ਰਾਹੁਲ ਗਾਂਧੀ ਜੀ ਨੇ ਦੋਵਾਂ ਵੱਡੇ ਲੀਡਰਾਂ ਨਾਲ, ਤਿੰਨਾਂ ਨਾਲ ਗੱਲ ਕਰਕੇ ਇਹ ਫਾਈਨਲ ਮੋਹਰ ਲਾਈ ਤੇ ਸਿੱਧੂ ਸਾਹਿਬ ਨੇ ਬਾਂਹ ਫੜੀ ਕਰਕੇ ਇਹ ਗੱਲ ਕਹੀ ਕਿ ਮੈਂ ਚੰਨੀ ਸਾਹਿਬ ਦੇ ਨਾਲ ਹੈ। ਇਸ ਤੋਂ ਵੱਡੀ ਫਰਾਗਦਿਲੀ ਹੋ ਨਹੀਂ ਸਕਦੀ। ਬੱਚਿਆਂ ਦਾ ਕਹਿਣਾ,
ਘਰ ਵਾਲੀ ਦਾ ਕਹਿਣਾ ਆਪਦੇ ਘਰ ਵਾਲੀ ਨੂੰ ਲੈ ਕੇ ਜਜ਼ਬਾਤੀ ਗੱਲਾਂ ਹੁੰਦੀਆਂ, ਉਹ ਕਹਿ ਦਿੰਦੇ ਆ, ਕੋਈ ਏਡੀ ਗੱਲ ਨਹੀਂ। ਜਾਖੜ ਸਾਹਿਬ ਨੇ ਵੀ ਕਿਹਾ ਵੀ ਮੇਰੇ ਨਾਲ 42 ਐਮਐਲਏ ਸੀ, ਆਪਣੇ ਦੂਜਾ ਜਿਹੜੀ ਮੈਡਮ ਨੇ ਉਹਨੇ ਨਰਪੋਲ ਜੀ 42 ਸੀ, 48 ਸੀ, 49 ਸੀ, 50 ਸੀ, ਹਰ ਬੰਦੇ ਦਾ ਹੱਕ ਹੈ। ਲੇਕਿਨ ਜਾਖੜ ਸਾਹਿਬ ਨੇ ਵੀ ਬਾਂਹ ਖੜੀ ਕਰਕੇ ਇਹ ਗੱਲ ਕਹੀ ਕਿ ਸਾਡਾ ਆਉਣ ਵਾਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੈ। ਫਿਰ ਉਸ ਤੋਂ ਬਾਅਦ ਇਸ ਗੱਲ ਦਾ ਕੋਈ ਸਵਾਲ ਨਹੀਂ ਰਹਿ ਜਾਂਦਾ। ਤੁਹਾਡੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਗਿਆ ਸੀ ਕਿ ਮੈਨੂੰ ਅਗਰ ਜੇ ਦੁਬਾਰਾ ਸਰਕਾਰ ਦੇ ਵਿੱਚ ਮੰਤਰੀ ਬਣਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਖਜ਼ਾਨਾ ਮੰਤਰੀ ਬਣੂੰਗਾ। ਕੀ ਕਹਿੰਦੇ? ਮੈਂ ਨਹੀਂ ਕਿਹਾ ਕਿਸੇ ਨੂੰ ਖਜ਼ਾਨਾ ਮੰਤਰੀ ਬਣਿਆ। ਮੈਂ ਆਖਿਆ ਜਿਹੜਾ ਮਹਿਕਮਾ ਖਰਾਬ ਹੈ, ਜਿਹੜਾ ਮਹਿਕਮਾ ਖਰਾਬ ਹੈ ਉਹ ਦੇ ਦਿੱਤਾ ਜਾਵੇ। ਜੇ ਖਜ਼ਾਨਾ ਖਾਲੀ ਹੈ ਤਾਂ ਉਹ ਵੀ ਮੈਂ ਭਰਨ ਜਾਣਦਾ, ਜੇ ਮੈਨੂੰ ਉਹ ਦੇ ਦਿੱਤਾ ਜਾਵੇ। ਉਹ ਵੀ ਮੇਰੇ ਕਹਿਣ ਦਾ ਮਤਲਬ, ਮੇਰੀ ਕੋਈ ਇੱਛਾ ਨਹੀਂ ਹੈ ਕਿ ਖਜ਼ਾਨਾ ਮੰਤਰੀ ਬਣੇ। ਖਜ਼ਾਨਾ ਮੰਤਰੀ ਨੂੰ ਸਲਾਮਤ ਰਹੇ। ਮੇਰੇ ਕਹਿਣ ਦਾ ਮਤਲਬ ਜਿਹੜਾ ਮਹਿਕਮਾ ਖਰਾਬ ਹੈ ਉਹਦੇ ਵਿੱਚ ਦਰੁਸਤ ਕਰਨ 'ਚ ਮੈਂ ਕੰਮ ਕਰਾਂ। ਦੁਬਾਰਾ ਟਰਾਂਸਪੋਰਟ ਮੰਤਰੀ ਬਣ ਕੇ ਫਿਰ ਜਾਨ ਨਿਕਲ ਜੂਗੀ ਬਾਦਲ ਵਾਲਿਆਂ ਦੀ, ਤਾਂ ਹੀ ਤਾਂ ਰੋਜ਼ ਤੁਰੇ ਫਿਰਦੇ ਆ। ਜੇ ਟਰਾਂਸਪੋਰਟ ਮੰਤਰੀ ਦੁਬਾਰੇ ਬਣ ਗਿਆ, ਇੱਕ ਲਿਖ ਲਓ, ਮੈਂ ਵਿੜੀਆਂ ਪਿੰਡ 'ਚ ਬਿਆਨ ਦੇ ਰਿਹਾ, ਇੱਕ ਵੀ ਬੱਸ ਪ੍ਰਾਈਵੇਟ ਨਹੀਂ ਚੱਲੇਗੀ, ਨੈਸ਼ਨਲ ਪਰਮਿਟ ਕਰ ਦਿਆਂਗਾ। ਇਹਨਾਂ ਤੋਂ ਸਾਰੀਆਂ ਬਾਦਲ ਵਾਲਿਆਂ ਦੀਆਂ ਬੱਸਾਂ ਬੋਲੀ ਲਾ ਕੇ ਸਰਕਾਰ ਖਰੀਦੂਗੀ ਤੇ ਸਾਰਿਆਂ ਤੇ ਰੰਗ ਫੇਰ ਕੇ ਪੀਆਰਟੀਸੀ ਤੇ ਪਨਬੱਸ ਦੀਆਂ ਬੱਸਾਂ ਬਣਾ ਦੂੰਗਾ। ਬੀਬੀ ਜੀ ਅੱਜ ਵਿੜਿੰਗ ਪਿੰਡ ਪਹੁੰਚੇ ਹੋ, ਕਿਸ ਤਰ੍ਹਾਂ ਲੱਗ ਰਿਹਾ ਹੈ? ਟਰਾਂਸਪੋਰਟ ਮੰਤਰੀ ਵੀ ਅੱਜ ਪਹੁੰਚੇ ਸੀ, ਕਿਸ ਤਰ੍ਹਾਂ ਦੇਖਦੇ ਪਏ ਹੋ? ਮੈਂ ਜੀ ਉਹਨਾਂ ਨੂੰ ਖਾਸ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਜੰਪ ਲਓ ਇਸ ਪਿੰਡ ਦਾ, ਤੇ ਤੁਸੀਂ ਮੰਤਰੀ ਹੋ ਸਾਡੇ, ਤੇ ਤੁਸੀਂ ਜ਼ਰੂਰ ਇੱਥੇ ਮੇਰੇ ਨਾਲ ਆਓ ਆਪਣੀ ਵੋਟਾਂ ਮੰਗਣ ਦੇ। ਕਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਮਿਲਿਆ ਜਿਹੜਾ? ਬਹੁਤ ਜ਼ਿਆਦਾ, ਸਾਰੇ ਬਹੁਤ, ਮੈਂ ਤਾਂ ਕਹਿੰਦੀ ਹਾਂ ਸਾਰੇ ਮਾਣ ਕਰਦੇ ਨੇ ਕਿ ਰਾਜਾ ਵੜਿੰਗ ਇੱਥੇ ਦਾ ਜੰਪਲ ਹੈ ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਕਾਂਗਰਸ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਇਕਜੁੱਟਤਾ ਦਿਖਾ ਰਹੀ ਹੈ, ਕਿਸ ਤਰ੍ਹਾਂ ਦੇਖਦੇ ਪਏ? ਦੇਖੋ ਜੀ, ਇਹ ਪਹਿਲੀ ਵਾਰੀ ਨਹੀਂ ਹੈ, ਕਾਂਗਰਸ ਸਾਡੀ ਇਕਜੁੱਟ ਹੀ ਰਹਿੰਦੀ ਹੈ। ਇਹ ਤਾਂ ਤੁਸੀਂ ਸਾਰੇ ਐਵੇਂ ਕਹਾਣੀਆਂ ਬਣਾਈ ਜਾਂਦੇ ਹੋ ਕਿ ਕਾਂਗਰਸ ਇਕਜੁੱਟ ਨਹੀਂ ਹੈ। ਜਿਹੜੇ ਨਹੀਂ ਕਾਂਗਰਸੀ ਸੀ ਉਹ ਨਿਕਲ ਕੇ ਬਾਹਰ ਬਈ, ਅਸੀਂ ਤਾਂ ਲੱਡੂ ਵੰਡਦੇ ਕਿ ਨਿਕਲ ਗਏ। ਕਾਂਗਰਸ ਇਕਜੁੱਟ ਹੈ। ਕੀ ਸੰਦੇਸ਼ਾ ਦੇਣਾ ਚਾਹੋਗੇ ਵਰਕਰਾਂ ਨੂੰ, ਜਿਹੜੇ ਕਾਂਗਰਸੀ ਵਰਕਰ ਸੀ? ਇਹ ਇਲੈਕਸ਼ਨ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਹਰ ਇੱਕ ਸੀਟ ਜਿਹੜੀ ਹੈ ਜਿੱਤ ਕੇ ਚੰਨੀ ਜੀ ਦੀ ਝੋਲੀ 'ਚ ਪਏ। ਕਰਨਾਟਕ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਵਿੱਚ ਜਦ ਘੱਟ ਬਹੁਮਤ ਨਾਲ ਆਪਣੀ ਸਰਕਾਰਾਂ ਬਣੀਆਂ ਸੀ ਕਾਂਗਰਸ ਦੀ, ਉੱਥੇ ਮੋਦੀ ਨੇ ਉਂਗਲਾਂ ਲਾ ਕੇ ਸਾਡੀਆਂ ਦੋਨੋਂ ਜਗ੍ਹਾ ਸਰਕਾਰਾਂ ਗੇਰੀਆਂ ਸੀ, ਤੇ ਉਹ ਉੱਥੇ ਹੁਣ ਬੀਜੇਪੀ ਦੀ ਰਾਜ ਚੱਲ ਰਿਹਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਪੂਰੀ ਤਾਕਤ ਵਿੱਚ ਸਾਡੀ ਪਾਰਟੀ ਆਵੇ ਕਿ 5 ਸਾਲ ਅਸੀਂ ਤਰੱਕੀ ਦੇ ਵੱਲ ਤੁਰੀਏ। ਪੰਜਾਬ ਵਿੱਚ ਨਰਿੰਦਰ ਮੋਦੀ ਆ ਰਹੇ ਆ ਰੈਲੀਆਂ ਕਰਨ, ਕਿਸ ਤਰ੍ਹਾਂ ਦੇਖਦੇ ਪਏ? ਡਰਪੋਕ ਹੈ ਜੀ, ਭੱਜੂਗਾ, ਸਿੱਧੀ ਜੀ ਗੱਲ ਹੈ।